ਡੀਅਰ ਸਟੂਡੈਂਟ, ਲਾਸਟ ਲੈਕਚਰ ਦੇ ਵਿੱਚ ਅਸੀਂ ਟਰਾਂਸਫਾਰਮਰ ਬਾਰੇ ਡਿਸਕਸ ਕੀਤਾ। ਉਹਦਾ ਕੁਝ ਪੋਰਸ਼ਨ ਜਿਹੜਾ ਹੈ ਉਹ ਰਹਿ ਗਿਆ ਸੀ, ਉਹ ਹੁਣ ਅਸੀਂ ਅੱਜ ਦੇ ਲੈਕਚਰ ਦੇ ਵਿੱਚ ਅਸੀਂ ਕਵਰ ਕਰਾਂਗੇ। ਅਸੀਂ ਪੜਿਆ ਸੀ ਕਿ ਟਰਾਂਸਫਾਰਮਰ ਇੱਕ ਡਿਵਾਈਸ ਹੈ ਜਿਹੜਾ ਆਲਟਰਨੇਟਿੰਗ ਵੋਲਟੇਜ ਨੂੰ ਇਨਕਰੀਜ਼ ਕਰ ਸਕਦਾ ਹੈ ਤੇ ਡਿਕਰੀਜ਼ ਕਰ ਸਕਦਾ ਹੈ। ਇਹਦਾ ਜਿਹੜਾ ਪ੍ਰਿੰਸੀਪਲ ਸੀਗਾ ਮਿਊਚੁਅਲ ਇੰਡਕਸ਼ਨ। ਇਹਦੇ ਵਿੱਚ ਸਾਡੇ ਕੋਲ ਦੋ ਕੋਇਲ ਸੀਗੇ, ਇੱਕ ਪ੍ਰਾਇਮਰੀ ਕੋਇਲ ਇੱਕ ਸੈਕੰਡਰੀ ਕੋਇਲ। ਦੋਨਾਂ ਕੋਇਲਸ ਨੂੰ ਅਸੀਂ ਜਿਹੜਾ ਲੈਮੀਨੇਟਿਡ ਸੌਫਟ ਆਇਰਨ ਕੋਰ ਸੀਗਾ ਉਹਦੇ ਉੱਪਰ ਅਸੀਂ ਵਾਊਂਡ ਕੀਤਾ ਹੋਇਆ ਸੀ ਤੇ ਅਸੀਂ ਜਿਹੜਾ ਹੈ ਜਿਹੜੀ ਵੋਲਟੇਜ ਨੂੰ ਇਨਕਰੀਜ਼ ਕਰਨਾ ਹੈ ਜਾਂ ਡਿਕਰੀਜ਼ ਕਰਨਾ ਹੈ ਉਹ ਅਸੀਂ ਪ੍ਰਾਇਮਰੀ ਵਾਈਂਡਿੰਗ ਨੂੰ ਆਪਾਂ ਸਪਲਾਈ ਕਰਦੇ ਹਾਂ ਤੇ ਜਿਹੜੀ ਅਸੀਂ ਆਊਟਪੁੱਟ ਲੈਣੀ ਹੁੰਦੀ ਹੈ ਉਹ ਅਸੀਂ ਸੈਕੰਡਰੀ ਕੋਇਲ ਤੋਂ ਅਸੀਂ ਆਊਟਪੁੱਟ ਲੈਣੇ ਆ। ਅਸੀਂ ਬੇਟਾ ਆ ਵੀ ਡਿਸਕਸ ਕੀਤਾ ਕਿ ਜੇਕਰ ਸਾਡੇ ਕੋਲ ਟਰਾਂਸਫਾਰਮਰ ਆਈਡੀਅਲ ਹੈ, ਆਈਡੀਅਲ ਮੀਨਸ ਬਿਲਕੁਲ ਵੀ ਸਾਡੇ ਕੋਲ ਮੈਗਨੈਟਿਕ ਫਲਕਸ ਲੀਕੇਜ ਨਹੀਂ ਹੈ, એનર્ਜੀ ਲਾਸ ਬਿਲਕੁਲ ਵੀ ਨਹੀਂ ਹੈ, ਦੈਨ ਸਾਡੇ ਕੋਲ ਜਿਹੜਾ ਹੈ ਦੋ ਤਰ੍ਹਾਂ ਦੇ ਟਰਾਂਸਫਾਰਮਰ ਬਾਰੇ ਅਸੀਂ ਸਟੱਡੀ ਕੀਤਾ ਸੀ, ਇੱਕ ਸਟੈਪ ਅਪ ਤੇ ਇੱਕ ਸਟੈਪ ਡਾਊਨ। ਜਿਹੜਾ ਸਟੈਪ ਅਪ ਟਰਾਂਸਫਾਰਮਰ ਹੈ ਜਿਹੜਾ ਵੋਲਟੇਜ ਨੂੰ ਇਨਕਰੀਜ਼ ਕਰਦਾ ਹੈ ਤੇ ਸਟੈਪ ਡਾਊਨ ਜਿਹੜਾ ਵੋਲਟੇਜ ਨੂੰ ਡਿਕਰੀਜ਼ ਕਰਦਾ ਹੈ। ਹੁਣ ਕਿਹੜਾ ਟਰਾਂਸਫਾਰਮਰ ਸਟੈਪ ਅਪ ਹੋਏਗਾ, ਕਿਹੜਾ ਟਰਾਂਸਫਾਰਮਰ ਜਿਹੜਾ ਹੈ ਸਾਡਾ ਸਟੈਪ ਡਾਊਨ ਹੋਏਗਾ, ਉਹ ਡਿਪੈਂਡ ਕਰਦਾ ਹੈ ਸਾਡੀ ਟਰਨਸ ਰੇਸ਼ੋ ਦੇ ਉੱਤੇ, ਜਿਹਨੂੰ ਅਸੀਂ K ਬੋਲਦੇ ਹਾਂ। ਇਹਦੇ ਬਾਰੇ ਅਸੀਂ ਸਟੱਡੀ ਕਰ ਰਹੇ ਸੀ ਕਿ ਇਟ ਇਜ਼ ਕਾਲਡ ਦ ਟਰਾਂਸਫਾਰਮੇਸ਼ਨ ਰੇਸ਼ੋ ਜਾਂ ਟਰਨਸ ਰੇਸ਼ੋ। ਇਹਦੇ ਅਕੋਰਡਿੰਗ ਸਾਡਾ ਟਰਾਂਸਫਾਰਮਰ ਜਿਹੜਾ ਸਟੈਪ ਅਪ ਜਾਂ ਸਟੈਪ ਡਾਊਨ ਹੈ। ਜੇ ਤੇ K ਦੀ ਵੈਲਿਊ ਲੈਸ ਦੈਨ 1 ਆਉਂਦੀ ਹੈ ਫਿਰ ਸਾਡੇ ਕੋਲ ਪੜਿਆ ਸੀ ਇੱਕ ਸਟੈਪ ਡਾਊਨ ਟਰਾਂਸਫਾਰਮਰ, ਤੇ ਜੇਕਰ K ਦੀ ਵੈਲਿਊ ਗ੍ਰੇਟਰ ਦੈਨ 1 ਆਉਂਦੀ ਹੈ, ਇਹ ਪਿੱਛੇ ਆਪਾਂ ਡਿਸਕਸ ਕਰ ਚੁੱਕੇ ਹਾਂ, ਫਿਰ ਸਾਡਾ ਜਿਹੜਾ ਟਰਾਂਸਫਾਰਮਰ ਹੈਗਾ ਉਹਦਾ ਨਾਮ ਸੀਗਾ ਸਾਡੇ ਕੋਲ ਸਟੈਪ ਅਪ ਟਰਾਂਸਫਾਰਮਰ। ਅਸੀਂ ਆ ਵੀ ਸਟੱਡੀ ਕੀਤਾ ਜੇ ਤੇ ਸਟੈਪ ਡਾਊਨ ਹੈ, ਸਟੈਪ ਡਾਊਨ ਦੇ ਵਿੱਚ ਪ੍ਰਾਇਮਰੀ ਦੀਆਂ ਟਰਨਸ ਜ਼ਿਆਦਾ ਹੋਣਗੀਆਂ ਕਿਹਦੇ ਨਾਲੋਂ, ਸੈਕੰਡਰੀ ਨਾਲੋਂ। ਜੇ ਪ੍ਰਾਇਮਰੀ ਵਿੱਚ ਮੰਨ ਲਓ 100 ਟਰਨਸ ਨੇ ਤੇ ਸੈਕੰਡਰੀ ਦੇ ਵਿੱਚ ਜਿਹੜੀਆਂ ਨੇ 50 ਹੋਣਗੀਆਂ। ਸਟੈਪ ਡਾਊਨ ਦੀ ਗੱਲ ਕਰ ਰਹੇ ਹਾਂ। ਤੇ ਜੇ ਸਟੈਪ ਅਪ ਹੈ ਫਿਰ ਸੈਕੰਡਰੀ ਦੀਆਂ ਟਰਨਸ ਜ਼ਿਆਦਾ ਕਰ ਦੋ ਪ੍ਰਾਇਮਰੀ ਦੇ ਨਾਲੋਂ। ਹਾਂਜੀ ਬੇਟਾ ਕਲੀਅਰ? ਪ੍ਰਾਇਮਰੀ ਦੀਆਂ ਟਰਨਸ ਜੇ ਘੱਟ ਨੇ, ਸੈਕੰਡਰੀ ਦੀਆਂ ਜ਼ਿਆਦਾ ਨੇ ਤੇ ਸਟੈਪ ਅਪ, ਤੇ ਜੇ ਪ੍ਰਾਇਮਰੀ ਦੀਆਂ ਜ਼ਿਆਦਾ ਨੇ, ਸੈਕੰਡਰੀ ਦੀਆਂ ਨੰਬਰ ਆਫ ਟਰਨਸ ਘੱਟ ਨੇ, ਫਿਰ ਉਹ ਸਟੈਪ ਡਾਊਨ ਹੈ। ਬੇਟਾ ਇੱਥੋਂ ਤੱਕ ਅਸੀਂ ਜਿਹੜਾ ਹੈ ਪਿਛਲੇ ਲੈਕਚਰ ਵਿੱਚ ਜਿਹੜਾ ਦਾ ਪਾਰਟ 1 ਹੈ ਟਰਾਂਸਫਾਰਮਰ ਦਾ, ਉੱਥੋਂ ਤੱਕ ਅਸੀਂ ਜਿਹੜਾ ਇਹਨੂੰ ਸਟੱਡੀ ਕਰ ਚੁੱਕੇ ਹਾਂ। ਨਾਓ ਟੁਡੇ we are going to discuss the further the power and efficiency of transformer। बेटा ट्रांसफार्मर ही केड़ा मान के चले हैं, आइडियल। सिंस बेटा इस तो के कंटिन्यू करना है तुसी, सिंस the transformer is ideal, therefore output power is equal to input power। ਜੇ ਸਾਡਾ ਟਰਾਂਸਫਾਰਮਰ ਆਈਡੀਅਲ ਹੈ ਤੇ ਇਹਦਾ ਮਤਲਬ ਹੈ ਬਿਲਕੁਲ ਵੀ એનર્ਜੀ ਲਾਸ ਨਹੀਂ ਹੋਏਗੀ, ਤੇ ਜੇ એનર્ਜੀ ਲਾਸ ਨਹੀਂ ਹੋਏਗੀ, ਜਿੰਨੀ ਸਾਡੀ ਆਊਟਪੁੱਟ ਤੇ ਜਿੰਨੀ ਸਾਡੀ ਇਨਪੁਟ ਪਾਵਰ ਹੈ, ਦੋਨੋਂ ਪਾਵਰਸ ਜਿਹੜੀਆਂ ਨੇ ਉਹ ਬਿਲਕੁਲ ਸੇਮ ਹੋਣਗੀਆਂ। ਜਿੰਨੀ ਇਨਪੁਟ ਹੋਏਗੀ ਉਹੀ ਸਾਨੂੰ ਆਊਟਪੁੱਟ ਮਿਲੇਗੀ, ਕਿਉਂਕਿ ਟਰਾਂਸਫਾਰਮਰ ਸਾਡਾ ਜਿਹੜਾ ਕਿਹੜਾ ਹੈ, ਆਈਡੀਅਲ। ਨਾਓ ਇਨਪੁਟ ਪਾਵਰ is equal to, बेटा पावर ਦਾ ਫਾਰਮੂਲਾ ਤੁਸੀਂ ਪੜਿਆ VI। ਪਾਵਰ ਦਾ ਫਾਰਮੂਲਾ ਤੁਸੀਂ ਜਿਹੜਾ ਸੈਕੰਡ ਯੂਨਿਟ ਜਿਹੜਾ ਇਲੈਕਟ੍ਰਿਸਿਟੀ ਸੀ ਉੱਥੇ ਪੜਿਆ ਸੀ। ਪਾਵਰ ਕੱਢਣ ਦਾ ਫਾਰਮੂਲਾ ਵੋਲਟੇਜ ਨੂੰ ਕਰੰਟ ਦੇ ਨਾਲ ਮਲਟੀਪਲਾਈ ਕਰਾਂਗੇ। ਨਾਓ ਸਾਡੇ ਕੋਲ ਕਿਹੜੀ ਗੱਲ ਹੋ ਰਹੀ ਹੈ, ਇਨਪੁਟ।
ਤੇ ਇਨਪੁਟ ਵੋਲਟੇਜ ਸਾਡੀ ਕਿਹੜੀ ਹੈ, ਸਾਡੇ ਕੋਲ ਇਨਪੁਟ ਵੋਲਟੇਜ ਸੀਗੀ EP ਤੇ ਇਨਪੁਟ ਕਰੰਟ ਵਾਸਤੇ ਅਸੀਂ IP ਮੰਨ ਲਿਆ। ਇਨਪੁਟ ਕਰੰਟ IP ਤੇ ਇਨਪੁਟ ਵੋਲਟੇਜ ਸਾਡੀ ਜਿਹੜੀ ਹੈ ਉਹ ਸਾਡੇ ਕੋਲ ਆ ਗਈ EP। ਇਹ ਸਾਡੇ ਕੋਲ ਆ ਗਈ ਪਾਵਰ ਕਿਹੜੀ, ਇਨਪੁਟ। ਆਲਸੋ ਦੂਜੀ ਪਾਵਰ ਕਿਹੜੀ ਆਏਗੀ, ਸਾਡੇ ਕੋਲ ਆਏਗੀ ਆਊਟਪੁੱਟ ਪਾਵਰ। ਜਿਹੜੀ ਆਊਟਪੁੱਟ ਪਾਵਰ ਹੈ, ਆਊਟਪੁੱਟ ਵੋਲਟੇਜ ਤੇ ਨਾਲ ਆ ਜਾਏਗਾ ਆਊਟਪੁੱਟ ਕਰੰਟ। ਦਿਸ ਇਜ਼ ਦਾ ਇਨਪੁਟ ਕਰੰਟ, ਦਿਸ ਇਜ਼ ਦਾ ਆਊਟਪੁੱਟ ਕਰੰਟ। ਇਹ ਸਾਡੀ ਪਾਵਰ ਦੇ ਫਾਰਮੂਲੇ ਆ ਗਏ। ਇਹ ਫਾਰਮੂਲਾ ਕਿਹੜਾ ਲਗਾਇਆ ਹੈ, ਇੱਥੇ ਲਿਖ ਦੇਣਾ ਹੈ ਬਿਕੋਜ਼ ਪਾਵਰ ਇਜ਼ ਇਕੁਅਲ ਟੂ VI। ਪਾਵਰ ਦਾ ਫਾਰਮੂਲਾ ਹੁੰਦਾ ਹੈ ਵੋਲਟੇਜ ਨੂੰ ਕਰੰਟ ਦੇ ਨਾਲ ਮਲਟੀਪਲਾਈ ਕਰ ਦੋ, ਇੱਥੇ ਭਰ ਦੋ। ਦੇਅਰਫੋਰ ਆਊਟਪੁੱਟ ਪਾਵਰ ਕਿੰਨੀ ਹੈ, ES IS ਇਕੁਅਲ ਟੂ ਕਿਹਦੇ ਹੋਏਗਾ, EP IP। बेटा इक्वल क्यों है, क्योंकि ट्रांसफार्मर आइडियल है, एनर्जी लॉस नहीं है। जे एनर्जी लॉस नहीं है, इनपुट पावर साडी जिहड़ी है आउटपुट पावर दे इक्वल होएगी। हाँ जी बेटा क्लियर। इस तो बाद ਅਸੀਂ ਕੀ ਕਰਦੇ ਆ, ਦੇਖੋ ES ओवर EP, E वाली टर्मा एक पासे कर लिया, ES ओवर EP इज इक्वल टू कितना आ गया, IP ओवर IS। इनू ਇਹਦੇ नीचे लै गए, इनू ਇਹਦੇ नीचे लै गए। ES ओवर EP इज इक्वल टू IP ओवर कितना आ गया साढ़े कोल IS। हाँ जी बेटा ध्यान ना देखो, सैकेंडरी वोल्टेज ते सैकेंडरी करंट ਇਹ ਆਪਸ ਵਿੱਚ ਇਨਵਰਸਲੀ ਪ੍ਰੋਪੋਰਸ਼ਨਲ ਨੇ। ਸੈਕੰਡਰੀ ਵੋਲਟੇਜ ਤੇ ਸੈਕੰਡਰੀ ਕਰੰਟ ਦੇ ਆਰ ਇਨਵਰਸਲੀ। ਇਧਰੋਂ ਵੀ ਦੇਖੋ ਪ੍ਰਾਇਮਰੀ ਵੋਲਟੇਜ ਤੇ ਕਰੰਟ ਆਪਸ ਵਿੱਚ ਇਨਵਰਸਲੀ। ਇਥੋਂ ਪਤਾ ਲੱਗ ਗਿਆ ਦਿਸ ਇੰਪਲਾਈ E ਪ੍ਰੋਪੋਰਸ਼ਨਲ ਟੂ 1 ਓਵਰ I। ਇਹਦਾ ਮਤਲਬ ਜਿਹੜੀ ਵੋਲਟੇਜ ਤੇ ਕਰੰਟ ਉਹ ਇਨਵਰਸਲੀ ਨੇ। ਇਹਦਾ ਮਤਲਬ ਜੇ ਵੋਲਟੇਜ ਇੰਕਰੀਜ਼ ਹੋਏਗੀ ਤੇ ਕਰੰਟ ਜਿਹੜਾ ਹੈ ਸਰਕਟ ਵਿੱਚ ਡਿਕਰੀਜ਼ ਹੋ ਜਾਏਗਾ। ਬੇਟਾ ਨੋਟ ਕਰ ਲਓ, ਜੇ ਵੋਲਟੇਜ ਇੰਕਰੀਜ਼ ਹੋ ਜਾਂਦੀ ਹੈ ਤੇ ਕਰੰਟ ਜਿਹੜਾ ਹੈ ਉਹ ਸਰਕਟ ਦੇ ਵਿੱਚ ਜਿਹੜਾ ਹੈ ਉਹ ਡਿਕਰੀਜ਼ ਹੋ ਜਾਏਗਾ। ਤੇ ਟਰਾਂਸਫਾਰਮਰ ਜਿਹੜਾ ਸਟੈਪ ਅਪ ਹੈ, ਸਟੈਪ ਅਪ ਕੀ ਕਰਦਾ ਹੈ, ਵੋਲਟੇਜ ਆਲਟਰਨੇਟਿੰਗ ਵੋਲਟੇਜ ਇੰਕਰੀਜ਼ ਕਰਦਾ ਹੈ। ਜਦੋਂ ਆਲਟਰਨੇਟਿੰਗ ਵੋਲਟੇਜ ਇੰਕਰੀਜ਼ ਹੋਏਗੀ ਨਾਲ ਹੀ ਸਰਕਟ ਦੇ ਵਿੱਚ ਕਰੰਟ ਜਿਹੜਾ ਹੈ ਉਹ ਡਿਕਰੀਜ਼ ਹੋ ਜਾਏਗਾ। ਹਾਂਜੀ ਬੇਟਾ ਕਲੀਅਰ। ਆਹ ਵਾਲਾ ਜਿਹੜਾ ਰਿਜ਼ਲਟ ਹੈ ਬੇਟਾ ਇਹਨੂੰ ਮੈਂ ਅੱਗੇ ਟਰਾਂਸਫਾਰਮਰ ਦੀ ਐਪਲੀਕੇਸ਼ਨ ਦੇ ਵਿੱਚ ਜਿਹੜਾ ਮੈਂ ਇਹਨੂੰ ਯੂਜ਼ ਕਰਨਾ ਹੈ ਕਿ ਜਦੋਂ ਵੋਲਟੇਜ ਵਧੇਗੀ ਤੇ ਕਰੰਟ ਘਟੇਗਾ, ਤੇ ਜੇ ਵੋਲਟੇਜ ਘਟਾ ਦੋਗੇ ਤੇ ਸਰਕਟ ਦੇ ਵਿੱਚ ਜਿਹੜਾ ਹੈ ਉਹ ਕਰੰਟ ਜਿਹੜਾ ਹੈ ਉਹ ਵਧੇਗਾ। हाँ जी बेटा क्लियर। E proportional to 1 over I। It means transformer increases voltage at low current। It means transformer केड़ा आपां गल कर रहे हैं स्टेप अप की करदा है, increases voltage at low current। ਇਹਦਾ ਮਤਲਬ ਜੇ ਵੋਲਟੇਜ ਵਧਾਉਣ ਵਾਲਾ ਹੈ ਤਾਂ ਸਰਕਟ ਚ ਕਰੰਟ ਜਿਹੜਾ ਹੈ ਉਹ ਘਟ ਜਾਏਗਾ, ਐਂਡ ਵਾਈਸ ਵਰਸਾ। ਇਹਦੇ ਉਲਟ ਵੀ ਚੱਲੇਗਾ, ਜੇ ਉਹ ਡਿਕਰੀਜ਼ ਕਰੇਗਾ ਤੇ ਉਹ ਜਿਹੜਾ ਦੂਜਾ ਟਰਾਂਸਫਾਰਮਰ ਦੀ ਗੱਲ ਹੈ। ਨਾਓ ਇਸ ਤੱਕ ਤੁਹਾਨੂੰ ਕਲੀਅਰ ਹੋ ਗਿਆ। ਨਾਓ ਐਫੀਸ਼ੀਐਂਸੀ बेटा +1 ਦੇ ਵਿੱਚ ਅਸੀਂ ਕਾਰਨੋਟ ਸਾਈਕਲ ਪੜਿਆ, ਉੱਥੇ ਵੀ ਆਪਾਂ ਐਫੀਸ਼ੀਐਂਸੀ ਨਿਕਾਲਦੇ ਹਾਂ। ਨਾਓ ਐਫੀਸ਼ੀਐਂਸੀ ਆਫ ਆਈਡੀਅਲ ਟਰਾਂਸਫਾਰਮਰ इज इक्वल टू, बेटा एफिशिएंसी का फॉर्मूला आउटपुट पावर डिवाइडेड बाय इनपुट पावर। एफिशिएंसी का फॉर्मूला आउटपुट पावर डिवाइडेड बाय साढ़े को आ जाएगा इनपुट पावर। नाउ आउटपुट पावर की दे इक्वल है, आउटपुट पावर है ES ते IS ते इनपुट पावर EP IP।
ਇਨਪੁਟ ਪਾਵਰ ਤੇ ਆਊਟਪੁੱਟ ਪਾਵਰ। ਹਾਂਜੀ ਬੇਟਾ ਕਲੀਅਰ। ਬਟ ਟਰਾਂਸਫਾਰਮਰ ਕਿਹੜਾ ਹੈ? ਆਈਡੀਅਲ। ਬਟ transformer is ideal, therefore ESIS किदे equal EPIP। जिन्नी आउटपुट पावर है उन्नी इनपुट आएगी। जे ये दोनों इक्वल है, दिस इंप्लाई एफिशिएंसी इक्वल टू 1, क्योंकि ये आउटपुट पावर ते इनपुट पावर इक्वल होंदी है। कादे विच? आइडियल ट्रांसफार्मर च एनर्जी लॉस होंदी नहीं, ਇਹਦਾ मतलब दोनों कट्टे जाएंगे ਤੇ ਸਾਡੇ ਕੋਲ कितना आ गया 1, और 1 ਦਾ मतलब ਹੁੰਦਾ बेटा 100%। ट्रांसफार्मर जेकर साडा आइडियल है ਉਹਦੀ ਜਿਹੜੀ एफिशिएंसी ਜਿਹੜੀ आएगी 100% आएगी। ਇਹ याद रखना है। पर कोई भी ट्रांसफार्मर ਜਿਹੜਾ है साडा आइडियल नहीं ਹੁੰਦਾ। इस करके ਜਦੋਂ ਵੀ ਅਸੀਂ एफिशिएंसी निकालांगे साडी एफिशिएंसी ਜਿਹੜੀ है 90 ਤੋਂ ਲੈ ਕੇ 99% ਦੇ ਵਿੱਚ ਆਏਗੀ। ਜੇ ਤੇ ਆਈਡੀਅਲ ਹੈ ਤਾਂ 100%। ਬਟ ਜੇ ਟਰਾਂਸਫਾਰਮਰ ਸਾਡਾ ਰੀਅਲ ਲਾਈਫ ਦੀ ਗੱਲ ਕਰੀਏ, ਕੋਈ ਆਈਡੀਅਲ ਤੇ ਹੁੰਦਾ ਹੀ ਨਹੀਂ, ਆਮ ਟਰਾਂਸਫਾਰਮਰ ਦੀ ਗੱਲ ਕਰੀਏ, ਸਾਡੀ ਐਫੀਸ਼ੀਐਂਸੀ 90 ਤੋਂ 99% ਦੇ ਵਿੱਚ ਆਏਗੀ। कभी भी 100% नहीं हो सकती। क्यों? क्योंकि एनर्जी लॉस हमेशा होता ही है। कोई भी चीज ऐसी नहीं बनी जिथे एनर्जी लॉस बिल्कुल भी ना होवे। एनर्जी लॉस नूं घटाया जा सकता है, पर असी बिल्कुल उन्हें खत्म नहीं कर सकते। हाँ जी बेटा क्लियर। असी सारा कुछ ड्राइव किया है, मान के चलते हैं कि आइडियल हैगा साडा, कि बिल्कुल भी एनर्जी लॉस नहीं है। बेटा इथों तक सी साडा जिहड़ा ट्रांसफार्मर दा। नाउ ਹੁਣ ਅਸੀਂ ਡਿਸਕਸ ਕਰਾਂਗੇ what are the various energy losses in transformer। ट्रांसफार्मर ਦੇ ਵਿੱਚ energy losses ਕਿਹੜੇ-ਕਿਹੜੇ ਨੇ? what are the various energy losses in ट्रांसफार्मर। एनर्जी लॉस बेटा ਅਸੀਂ डिस्कस ਕਰਨ ਲੱਗੇ ਹਾਂ। नाउ पहला ਜਿਹੜਾ एनर्जी लॉस है that is कॉपर लॉस। पहला लॉस ਜਿਹੜਾ ट्रांसफार्मर ਚ एनर्जी लॉस है ਉਹਦਾ ਨਾਮ ਹੁੰਦਾ बेटा कॉपर लॉस। बेटा मैं सिर्फ ਤੁਹਾਨੂੰ ਸਮਝਾਣੇ ਆ, ਬਾਕੀ ਤੁਸੀਂ ਬੁੱਕ ਦੇ ਵਿੱਚੋਂ ਇਹਨੂੰ ਪੜ੍ਹ ਕੇ ਤੇ ਚੰਗੇ ਤਰੀਕੇ ਨਾਲ ਲਿਖਣਾ ਹੈ। नाउ कॉपर लॉस ਕੀ? ਬੜੇ ਧਿਆਨ ਨਾਲ ਸੁਣਨਾ। that coil of the transformer is made up of copper wire। बेटा ਜਿਹੜੀ ਵਾਈਂਡਿੰਗ ਹੁੰਦੀ ਹੈ, ਪ੍ਰਾਇਮਰੀ ਕੋਇਲ ਹੈ, ਸੈਕੰਡਰੀ ਕੋਇਲ ਹੈ, ਉਹ बेटा ਕੋਇਲ ਬੰਦਾ ਕਰਦਾ। ਕੋਇਲ ਬੰਦਾ ਕਾਪਰ ਵਾਇਰਸ ਦਾ ਲਾਰਜ ਨੰਬਰ ਆਫ ਟਰਨਸ ਆਫ ਕਾਪਰ ਵਾਇਰ। ਹਾਂਜੀ बेटा ਕਲੀਅਰ। ਤੇ ਜਦੋਂ ਕਾਪਰ ਵਾਇਰ ਦਾ ਟਰਾਂਸਫਾਰਮਰ ਜਿਹੜਾ ਕੋਇਲ ਬਣਿਆ ਹੈ, ਤੇ ਜਦੋਂ ਕੋਇਲ ਦੇ ਵਿੱਚੋਂ ਕਰੰਟ ਪਾਸ ਹੋਏਗਾ ਤੇ ਸਾਨੂੰ ਪਤਾ ਹੈ ਕਾਪਰ ਵਾਇਰ ਦੀ ਆਪਣੀ ਰੈਜ਼ਿਸਟੈਂਸ ਹੁੰਦੀ ਹੈ। ਕਾਪਰ ਵਾਇਰ ਦੀ ਰੈਜ਼ਿਸਟੈਂਸ ਹੋਣ ਕਰਕੇ ਜਿਹੜੀ ਕਾਪਰ ਵਾਇਰ ਹੈ ਉਹ એનર્ਜੀ ਲਾਸ ਕਰਦੀ ਹੈ। એનર્ਜੀ ਲਾਸ ਦਾ ਬੇਟਾ ਜਿਹੜਾ ਫਾਰਮੂਲਾ ਹੈ, ਪਹਿਲਾਂ ਤੇ ਤੁਸੀਂ ਇਹਨੂੰ ਯਾਦ ਕਰੋ ਕਿ એનર્ਜੀ ਲਾਸ ਇਜ਼ ਇਕੁਅਲ ਟੂ I ਸਕੁਅਰ RT। ਤੇ ਜੇ ਅਸੀਂ ਪਾਵਰ ਲਾਸ ਦੀ ਗੱਲ ਕਰਦੇ ਹਾਂ, पावर लॉस इज इक्वल टू I स्केयर R। उसे टाइम नहीं लगाते। नाउ जेकर कोयल कॉपर दा बनया है, ते कॉपर दी की हैगी आ रजिस्टेंस, ते इस रजिस्टेंस करके जेड़ा कॉपर है ओदा कोयल गर्म हो जाता है। गर्म होने करके वो एनर्जी लॉस करता है इन द फॉर्म ऑफ हीट, एंड दिस इज कॉल्ड द कॉपर लॉस। बेटा इस नूं घटाउण वास्ते ਅਸੀਂ ਰੈਜ਼ਿਸਟੈਂਸ ਜੇ ਘਟਾ ਦਈਏ, ਜੇ ਸਾਡੀ ਰੈਜ਼ਿਸਟੈਂਸ ਘਟ ਜਾਵੇ ਫਿਰ ਸਾਡੀ ਜਿਹੜੀ એનર્ਜੀ ਲਾਸ ਵੀ ਘਟ ਜਾਏਗੀ। ਅਸੀਂ ਕਾਪਰ ਦੀ ਜਗ੍ਹਾ ਤੇ ਅੱਜ ਕੱਲ ਜਿਹੜਾ ਹੈ ਐਲੂਮੀਨੀਅਮ ਦੀ ਜਿਹੜੀ ਹੈ ਤਾਰ ਵਰਤਣੀ ਸ਼ੁਰੂ ਕਰਤੀ ਹੈ। ਬਟ ਆਪਾਂ ਲਾਸ ਜਿਹੜਾ ਹੈ ਉਹ ਕਾਪਰ ਲਾਸ ਹੀ ਬੋਲਣਾ ਹੈ, ਬੋਲਦੇ ਉਹਨੂੰ ਕਾਪਰ ਲਾਸ ਹੀ ਹੈ। ਅੱਜ ਕੱਲ ਜਿਹੜੀ ਤਾਰ ਕਿਹੜੀ ਵਰਤਦੇ ਆ ਜ਼ਿਆਦਾ? ਐਲੂਮੀਨੀਅਮ ਦੀ, ਉਹ ਚ એનર્ਜੀ ਲਾਸ ਘੱਟ ਹੁੰਦਾ।
हाँ जी बेटा क्लियर। व्हाट इज कॉपर लॉस? द लॉस ऑफ एनर्जी ड्यू टू द कोआइल करके विच इज मेड अप ऑफ कॉपर दी रेजिस्टेंस आर एनर्जी लॉस जिहड़ा है ਇਹਦੇ अकॉर्डिंग ਹੁੰਦਾ है। हाँ जी बेटा क्लियर। दूसरा जिहड़ा साडा लॉस है ਅਸੀਂ ਉਹਨੂੰ ਬੋਲਦੇ ਆ ਆਇਰਨ लॉस। दूजा लॉस ਸਾਡੇ ਕੋਲ है आयरन लॉस। ਘੱਟੋ ਘੱਟ ਸਾਨੂੰ ਪਹਿਲਾਂ ਸਾਰੇ लॉस ਦੇ ਨੇਮ ਪਤਾ ਹੋਣੇ ਚਾਹੀਦੇ ਨੇ। ਪਹਿਲਾ ਕਾਪਰ लॉस, ਦੂਜਾ ਹੈਗਾ ਆਇਰਨ लॉस। ਹੁਣ ਇਹ ਕੀ ਚੀਜ਼ ਹੈ? ਕੋਆਇਲ ਦੀ ਬੇਟਾ ਜਿਹੜੀ ਵਾਈਂਡਿੰਗ ਸੀਗੀ, ਕੋਆਇਲ ਕਿਹਦੇ ਉੱਪਰ ਚੜਾਇਆ ਸੀ? ਆਪਾਂ ਕੱਲ ਵੀ ਡਿਸਕਸ ਕੀਤਾ ਸੀ ਕਿ ਕੋਆਇਲ ਅਸੀਂ ਚੜਾਇਆ ਸੌਫਟ ਆਇਰਨ ਲੈਮੀਨੇਟਿਡ ਕੋਰ। ਇਹਦੇ ਉੱਪਰ ਅਸੀਂ ਕੋਆਇਲ ਨੂੰ ਅਸੀਂ ਚੜਾਇਆ ਹੁੰਦਾ। ਇੱਕ ਪੱਤਰੀਆਂ ਹੁੰਦੀਆਂ ਸਾਡੇ ਕੋਲ, ਇਸ ਤਰ੍ਹਾਂ ਡਾਇਗਰਾਮ ਬਣਾਈ ਸੀ ਆਪਾਂ ਕੱਲ। ਇਸ ਤਰ੍ਹਾਂ ਤੁਹਾਡੇ ਕੋਲ ਜਿਹੜੀਆਂ ਨੇ ਉਹ ਫਰੇਮ ਹੁੰਦਾ ਇੱਕ, ਇਹਦੇ ਉੱਪਰ ਜਿਹੜਾ ਹੈ ਅਸੀਂ ਕੋਆਇਲ ਦੀ ਜਿਹੜੀ ਹੈ ਉਹ ਵਾਈਂਡਿੰਗ ਕਰ ਦਿੰਦੇ ਹਾਂ। ਹੁਣ ਜਦੋਂ ਵਾਈਂਡਿੰਗ ਜਿਹੜੀ ਹੈ ਇਸ ਆਇਰਨ ਦੇ ਕੋਰ ਦੇ ਉੱਪਰ ਕਰਦੇ ਆ ਨਾ, ਤੇ ਆਇਰਨ ਦੇ ਕੋਰ ਦੇ ਵਿੱਚ ਆ ਜਿਹੜੀ ਆਇਰਨ ਦੀਆਂ ਪਲੇਟਸ ਨੇ, ਇਹਦੇ ਵਿੱਚ ਬੇਟਾ ਐਡੀ ਕਰੰਟ ਪੈਦਾ ਹੁੰਦਾ ਹੈ। ਕੀ ਪੈਦਾ ਹੁੰਦਾ ਹੈ? ਐਡੀ ਕਰੰਟ। ਤੇ ਜਿਹੜਾ ਐਡੀ ਕਰੰਟ ਹੈ ਉਹ એનર્ਜੀ ਲਾਸ ਕਰਦਾ ਹੈ ਇਨ ਦਾ ਫਾਰਮ ਆਫ ਹੀਟ। ਕੋਆਇਲ ਜਿਹੜੀ ਆ ਪਲੇਟਸ ਗਰਮ ਹੋ ਜਾਂਦੀਆਂ ਹੀਟ ਕਰਕੇ, ਫਿਰ એનર્ਜੀ ਜਿਹੜੀ ਹੈ ਲਾਸ ਹੁੰਦੀ ਹੈ। ਇਸ ਐਡੀ ਕਰੰਟ ਨੂੰ ਘਟਾਉਣ ਵਾਸਤੇ ਅਸੀਂ ਲੈਮੀਨੇਟਿਡ ਕੋਰ ਅਸੀਂ ਯੂਜ਼ ਕੀਤਾ ਹੈ। ਲੈਮੀਨੇਟਿਡ ਕੋਰ ਦਾ ਮਤਲਬ ਹੈ ਕਿ ਇੱਕ ਸਾਡੇ ਕੋਲ ਸਿੰਗਲ ਨਹੀਂ ਹੋਏਗਾ। ਮੈਂ ਇਸ ਤਰ੍ਹਾਂ ਮੰਨ ਲਓ ਸਾਡੇ ਕੋਲ ਡਾਇਗਰਾਮ ਹੈ, ਜਿਸ ਤਰ੍ਹਾਂ ਬੇਟਾ ਮੰਨ ਲਓ ਇੱਕ ਮੋਟਾਈ ਦੇਖੋ ਇਹਦੀ, ਇਹ ਲੱਗਦਾ ਜਿਵੇਂ ਸਾਡੇ ਕੋਲ ਇੱਕ ਸਿੰਗਲ ਜਿਹੜਾ ਹੈ ਕੋਰ ਇੰਨਾ ਮੋਟਾ। ਐਕਚੁਅਲੀ ਇਹ ਦੇਖੋ ਨਿੱਕੇ ਨਿੱਕੇ ਜਿਹੜੇ ਆ ਦੇਖੋ ਬਰੀਕ ਬਰੀਕ ਪੇਜਿਸ ਦਾ ਬਣਿਆ। ਦੇਖੋ ਕਿੰਨੇ ਪੇਜਿਸ ਨੇ ਜਿਹੜੇ ਮੈਂ ਇਸ ਇਕੱਠੇ ਕਰਕੇ ਤੇ ਇੱਕ ਜਿਹੜੀ ਹੈ ਸ਼ੀਟ ਤਿਆਰ ਕੀਤੀ ਹੈ। ਇਸ ਤਰ੍ਹਾਂ ਦਾ ਇਹ ਕੋਰ ਹੁੰਦਾ ਬੇਟਾ, ਇੱਕ ਸਿੰਗਲ ਪੀਸ ਨਹੀਂ ਹੁੰਦਾ। ਇੱਕ ਸ਼ੀਟ, ਉਹਦੇ ਉੱਤੇ ਦੂਸਰੀ ਸ਼ੀਟ, ਉਹਦੇ ਉੱਤੇ ਤੀਸਰੀ ਸ਼ੀਟ, ਇਸ ਤਰ੍ਹਾਂ ਇੰਨਾ ਜਿਹੜਾ ਹੈਗਾ ਆਪਾਂ ਮੋਟਾ ਜਿਹੜਾ ਇਹਦਾ ਕੋਰ ਤਿਆਰ ਕੀਤਾ ਹੁੰਦਾ ਹੈ। ਇੱਕ ਸ਼ੀਟ ਨੂੰ ਦੂਜੀ ਸ਼ੀਟ ਦੇ ਨਾਲ ਵਾਰਨਿਸ਼ ਲਗਾ ਕੇ, ਕੋਈ ਇਨਸੂਲੇਟਰ ਮਟੀਰੀਅਲ ਲਗਾ ਕੇ ਅਸੀਂ ਸੈਪਰੇਟ ਕੀਤਾ ਹੁੰਦਾ ਹੈ। ਨਾਲ ਨਾਲ ਨਹੀਂ ਜੁੜੀ ਹੁੰਦੀਆਂ, ਇਹਨਾਂ ਵਿੱਚ ਇਨਸੂਲੇਟਰ ਹੁੰਦਾ ਹੈ ਤਾਂ ਜੋ ਐਡੀ ਕਰੰਟ ਦਾ ਇਫੈਕਟ ਜਿਹੜਾ ਹੈ ਘਟਾਇਆ ਜਾ ਸਕੇ। ਪਹਿਲੀ ਗੱਲ, ਐਡੀ ਕਰੰਟ ਦੇ ਇਫੈਕਟ ਨੂੰ ਕਿਵੇਂ ਘਟਾਉਣਾ ਹੈ? ਅਸੀਂ ਯੂਜ਼ ਕਰਨਾ ਹੈ ਲੈਮੀਨੇਟਿਡ ਕੋਰ। ਤੇ ਲੈਮੀਨੇਟਿਡ ਕੋਰ ਅਸੀਂ ਕਿੱਥੇ ਵਰਤਦੇ ਆ? ਅਸੀਂ ਇਹਨੂੰ ਟਰਾਂਸਫਾਰਮਰ 'ਚ ਵਰਤਦੇ ਆ। ਹੁਣ ਅਸੀਂ ਐਡੀ ਕਰੰਟ ਦਾ ਇਫੈਕਟ ਘਟਾ ਤੇ ਲਿਆ, ਪਰ ਅਸੀਂ ਇਹਨੂੰ ਬੇਟਾ ਖਤਮ ਨਹੀਂ ਕਰ ਸਕਦੇ। ਇਹਦਾ ਮਤਲਬ ਭਾਵੇਂ ਅਸੀਂ ਲੈਮੀਨੇਟਿਡ ਕੋਰ ਵਰਤ ਲਈਏ, ਐਡੀ ਕਰੰਟ ਦਾ ਇਫੈਕਟ ਰਹਿਣਾ ਹੀ ਰਹਿਣਾ ਹੈ। ਥੋੜੀ ਬਹੁਤੀ ਹੀਟ ਕਰਕੇ ਜਿਹੜਾ ਹੈ ਇਸ ਆਇਰਨ ਦੇ ਫਰੇਮ ਕਰਕੇ એનર્ਜੀ ਲਾਸ ਹੋਣੀ ਹੀ ਹੋਣੀ ਹੈ, ਤੇ ਇਹਨੂੰ ਅਸੀਂ ਬੋਲਦੇ ਆ ਆਇਰਨ ਲਾਸ। ਦਿਸ ਇਜ਼ ਕਾਲਡ ਆਇਰਨ ਲਾਸ। Why we use laminated core in transformer? This is a 1 marks question. Why we use laminated core in transformer? Why? Because to reduce the effect of eddy current, ਜਾਂ to reduce the iron loss. ਹਾਂਜੀ ਬੇਟਾ clear? ਇਸ ਤੋਂ ਬਾਅਦ ਸਾਡੇ ਕੋਲ ਤੀਸਰਾ ਹੈ flux loss ਜਾਂ flux leakage। ਤੀਸਰਾ ਸਾਡੇ ਕੋਲ ਆ ਗਿਆ flux loss, ਜਾਂ ਇਸ ਨੂੰ ਅਸੀਂ ਬੋਲਦੇ ਬੇਟਾ ਫਲਕਸ ਲੀਕੇਜ। ਨਾਓ ਫਲਕਸ ਲਾਸ ਕੀ ਹੈ ਬੇਟਾ? ਜਿਹੜਾ ਪ੍ਰਾਇਮਰੀ ਕੋਆਇਲ ਵਿੱਚ ਅਸੀਂ ਕਰੰਟ ਪਾਸ ਕੀਤਾ ਸੀ, ਉਹ ਪ੍ਰਾਇਮਰੀ ਕੋਆਇਲ ਵਿੱਚ ਜਿਹੜਾ ਫਲਕਸ ਪੈਦਾ ਹੋਇਆ ਸੀ, ਉਹ ਮੈਗਨੈਟਿਕ ਫਲਕਸ ਸਾਰਾ ਕਿੰਨੂੰ ਲਿੰਕ ਕੀਤਾ ਸੀਗਾ? ਸੈਕੰਡਰੀ ਕੋਆਇਲ। ਪਰ ਜਿਹੜੇ ਦੋ ਕੋਆਇਲਸ ਨੇ, ਜਿੰਨਾ ਮਰਜੀ ਅਸੀਂ ਉਹਨੂੰ ਵਧੀਆ ਕਪਲ ਕਰ ਲਈਏ, ਲਾਗੇ ਲਾਗੇ ਰੱਖ ਲਈਏ, ਇੱਕ ਦੇ ਉੱਤੇ ਦੂਜੀ ਕੋਆਇਲ ਨੂੰ ਚੜਾ ਦਈਏ, ਬੈਸਟ ਕਪਲਿੰਗ ਕਰ ਲਈਏ, ਪਰ ਜਿੰਨਾ ਵੀ ਫਲਕਸ ਪ੍ਰਾਇਮਰੀ ਦਾ ਹੁੰਦਾ ਹੈ ਥੋੜਾ ਬਹੁਤਾ ਲੀਕ ਕਰ ਜਾਂਦਾ ਹੈ ਆਊਟਰ ਸਪੇਸ 'ਚ, ਪੂਰੇ ਦਾ ਪੂਰਾ ਸੈਕੰਡਰੀ ਕੋਆਇਲ ਨੂੰ ਲਿੰਕ ਨਹੀਂ ਕਰਦਾ। ਇਸ ਕਰਕੇ ਜਿਹੜਾ ਹੈ ਕੁਛ ਨਾ ਕੁਛ ਸਾਡਾ ਜਿਹੜਾ ਹੈ ਲਾਸ ਹੋ ਜਾਂਦੀ એનર્ਜੀ ਦੀ। ਇਸ ਨੂੰ ਅਸੀਂ ਬੋਲਦੇ ਹਾਂ ਫਲਕਸ ਲਾਸ ਜਾਂ ਫਲਕਸ ਲੀਕੇਜ। ਹਾਂਜੀ ਬੇਟਾ ਕਲੀਅਰ? ਪ੍ਰਾਇਮਰੀ ਕੋਆਇਲ ਦਾ ਮੈਗਨੈਟਿਕ ਫਲਕਸ ਸਾਰੇ ਦਾ ਸਾਰਾ ਸੈਕੰਡਰੀ ਕੋਆਇਲ ਨੂੰ ਲਿੰਕ ਨਹੀਂ ਕਰ ਪਾਉਂਦਾ, ਕੁਛ ਨਾ ਕੁਛ ਫਲਕਸ ਜਿਹੜਾ ਹੈ ਲੀਕ ਕਰ ਜਾਂਦਾ ਹੈ, ਐਂਡ ਦਿਸ ਇਜ਼ ਕਾਲਡ ਦਾ ਫਲਕਸ ਲਾਸ। ਇਹਨੂੰ ਅਸੀਂ ਬੋਲਦੇ ਹਾਂ ਫਲਕਸ ਲਾਸ। ਹਾਂਜੀ ਬੇਟਾ ਕਲੀਅਰ? ਇਸ ਤੋਂ ਬਾਅਦ ਸਾਡੇ ਕੋਲ ਆਉਂਦਾ ਇੱਕ
ਨੰਬਰ 4 ਦੇ ਉੱਤੇ ਸਾਡੇ ਕੋਲ ਆਏਗਾ ਮੈਗਨੇਟੋਸਟ੍ਰਿਕਸ਼ਨ ਇਫੈਕਟ। ਮੈਗਨੇਟੋਸਟ੍ਰਿਕਸ਼ਨ ਇਹ ਨੋਟ ਕਰ ਲਓ, ਮੈਗਨੇਟੋਸਟ੍ਰਿਕਸ਼ਨ ਇਫੈਕਟ। बेटा यह की इफेक्ट है, जो तुसी कई बारी ट्रांसफार्मर देखा तुहाडे घरां च लगा हुंदा है, कई बारी तुसी ट्रांसफार्मर दे लागे जाओ, तुसी देखो कि ह्यूमिंग नॉइस आएगी थोड़ी जी ना करके, इस तरह की आवाज आती है, थोड़ा बहुता वो वाइब्रेट करता है, ਉਹਦੇ करके भी साडी जिहड़ी है एनर्जी लॉस होंदी है। एंड दिस इज कॉल्ड द मैग्नेटोस्ट्रिक्शन इफेक्ट, के ड्यू टू द ह्यूमिंग नॉइस प्रोड्यूस्ड बाय द ट्रांसफार्मर। जो ट्रांसफार्मर बेटा वर्क करता है ना, उदों थोड़ी जी उस आवाज आती है, साउंड आती, ह्यूमिंग नॉइस, ਉਹਦੇ करके भी साडी जिहड़ी एनर्जी लॉस होंदी है, उसनूं असीं बोलदे हां मैग्नेटोस्ट्रिक्शन इफेक्ट। नाउ इस तो बाद साडा जिहड़ा नैक्सट जिहड़ा पॉइंट है हिस्टेरेसिस लॉस। साडा जिहड़ा नैक्सट पॉइंट है मैं इत्थे लिख देना, दिस इज द hysteresis loss, HYS hysteresis loss। बेटा तुसी पिछले यूनिट मैग्नेटिक फील्ड च पढ़िया व्हाट इज हिस्टेरेसिस लॉस। जदों भी ट्रांसफार्मर दे विचों आल्टरनेटिंग करंट पास करदा है, आल्टरनेटिंग वोल्टेज, क्योंकि ट्रांसफार्मर सिर्फ आल्टरनेटिंग वोल्टेज के उत्ते ही काम करता है, डायरैक्ट डीसी वोल्टेज से काम नहीं करता, क्योंकि डीसी वोल्टेज से म्यूचुअल इंडक्शन जिहड़ी है वो नहीं होंदी। जदों भी असी आल्टरनेटिंग वोल्टेज असी देने आ ट्रांसफार्मर नूं, आल्टरनेटिंग वोल्टेज की है, कदी वध गई घट गई, वध गई घट जाती है, आफ्टर रेगुलर टाइम बाद इंक्रीजिंग डिक्रीजिंग वोल्टेज है। ਉਹਦੇ करके की होंदा है, जिहड़ा वो कोर सीगा, कोर जिहड़ा सॉफ्ट आयरन लैमीनेटेड कोर है, जिदों ते असी कोयल नूं असी वाइंड कीता सीगा, आ वाला कोर जदों इहदे उत्ते आल्टरनेटिंग करंट इहदे विचों पास करदे आ, कदी यह मैग्नेटाइज हो जाता है, कदी यह डीमैग्नेटाइज हो जाता है, क्योंकि करंट कदी जिहड़ा इंक्रीज कदी डिक्रीज, इंक्रीज डिक्रीजिंग करके यह कदी मैग्नेटाइज फिर डीमैग्नेटाइज, मैग्नेटाइज डीमैग्नेटाइज, ਉਹਦੇ करके ਜਿਹੜਾ है वो एनर्जी लॉस करता है ड्यू टू मैग्नेटाइजेशन एंड डीमैग्नेटाइजेशन ऑफ द कोर, देयर इज एनर्जी लॉस। बेटा जो मैग्नेटाइज होता है, सारे अंदर जिहड़े डाइपोल्स ने, टाइनी डाइपोल्स, वो इको डायरेक्शन च आ जांदे ने। जो डी मैग्नेटाइज होता है उदों जिहड़े एक दूजे नूं जिहड़ा कैंसल करते हैं दूजी डायरेक्शन च, कदी उधर, ਇਹਦੇ करके जिहड़ा है साडे कोल एनर्जी जिहड़ी है वो लॉस होंदी है। एंड दिस इज कॉल्ड द हिस्टेरेसिस loss। Now what are the various losses in transformer? Number 1 the copper loss, number 2 iron loss, ए copper तार करके, ए साडा एडी करंट करके, ए फ्लक्स जिहड़ा प्राइमरी दा सारा सेकेंडरी नूं नहीं जांदा, ए ह्यूमिंग नॉइस करके, ते ए हैगा बाय कंटिन्यूसली मैग्नेटाइज्ड और डीमैग्नेटाइजेशन ऑफ द कोर। Now these are the 5 एनर्जी लॉसेस इन ट्रांसफार्मर। ਇਹ ਸਾਡੇ ਜਿਹੜੇ ਨੇ ट्रांसफार्मर ਦੇ ਵਿੱਚ ਜਿਹੜਾ ਮੇਨ એનર્ਜੀ लॉसेस ਸੀ। नाउ यूज की है ट्रांसफार्मर ਦਾ, ਮੇਨ यूज बेटा ट्रांसफार्मर ਦਾ, ਇਹਦੇ ਬਾਰੇ ਅਸੀਂ ਜਿਹੜਾ ਹੈ ਹੁਣ ਆਪਾਂ ਸਟੱਡੀ ਕਰਨਾ ਹੈ। बेटा मेन यूज है कि ट्रांसफार्मर दूर दूर तक साडी जिहड़ी वोल्टेज है, आल्टरनेटिंग वोल्टेज, ओनू ट्रांसमिट करता है। ट्रांसफार्मर इज यूज्ड टू ट्रांसमिट द आल्टरनेटिंग वोल्टेज अप टू लॉन्ग डिस्टेंसेस। दूर दूर तक वोल्टेज असी ट्रांसमिट करनी होन ते ट्रांसफार्मर दी मदद दे नाल करदे हैं। बेटा तुसी अपनी गलियां विच, मुहल्ले दे विच ट्रांसफार्मर बारे सुनिया होगा कि इत्थे ट्रांसफार्मर लगा। उस ट्रांसफार्मर का मेन काम ही यही है कि यह वोल्टेज नूं जिहड़ा आल्टरनेटिंग वोल्टेज नूं दूर दूर तक ट्रांसफर करता है। हुण बेटा एक होंदे ने पावर स्टेशन। बेटा जिहड़ा पावर स्टेशन है, पावर स्टेशन का मतलब है जिथे वोल्टेज जिहड़ी है असी डिवेलप करते हैं, पैदा करते हैं।
ਪਾਵਰ ਸਟੇਸ਼ਨ ਦੇ ਉੱਤੇ ਵੋਲਟੇਜ ਅਸੀਂ ਇੱਕ ਜਗ੍ਹਾ ਤੇ ਪੈਦਾ ਕੀਤੀ, ਬਾਅਦ ਵਿੱਚੋਂ ਉਹ ਵੋਲਟੇਜ ਜਿਹੜੀ ਹੈ ਅਸੀਂ ਪਿੰਡਾਂ ਦੇ ਵਿੱਚ ਜਾਂ ਤੁਹਾਡੇ ਘਰਾਂ ਵਿੱਚ ਸ਼ਹਿਰਾਂ ਵਿੱਚ ਦੂਰ ਦੂਰ ਤੱਕ ਬੇਟਾ ਪਹੁੰਚਾਣੀ ਹੁੰਦੀ ਹੈ। ਤੇ ਕਿਹਦੇ ਥਰੂ ਪਹੁੰਚਾਉਂਦੇ ਆ? ਅਸੀਂ ਯੂਜ਼ ਕਰਦੇ ਆ ਵਾਇਰਸ, ਜਿਹਨੂੰ ਅਸੀਂ ਬੋਲਦੇ ਆ ਲਾਈਨਸ। ਇਹ ਸਾਡੀਆਂ ਵਾਇਰਸ ਹੁੰਦੀਆਂ ਨੇ, ਇਹਦੇ ਥਰੂ ਤੁਹਾਡੇ ਘਰ ਦੇ ਵਿੱਚ ਜਿਹੜੀ ਆ ਵੋਲਟੇਜ ਆਉਂਦੀ ਹੈ। ਤੁਸੀਂ ਵੇਖਿਆ ਹੋਣਾ ਬਾਹਰ ਖੰਭੇ ਤੇ ਤਾਰਾਂ ਪਈਆਂ ਹੁੰਦੀਆਂ ਨੇ। ਵੋਲਟੇਜ ਪੈਦਾ ਕਿੱਥੇ ਹੁੰਦੀ ਹੈ? ਪਾਵਰ ਸਟੇਸ਼ਨ ਤੇ। ਬਾਅਦ ਵਿੱਚੋਂ ਉਹਨੂੰ ਦੂਰ ਦੂਰ ਤੱਕ ਤੁਹਾਡੇ ਘਰਾਂ ਤੱਕ, ਠੀਕ ਹੈ ਬੇਟਾ, ਜਿਹੜੀਆਂ ਨੇ ਪਹੁੰਚਾਇਆ ਜਾਂਦਾ ਹੈ ਵਿਦ ਦਾ ਹੈਲਪ ਆਫ ਵਾਇਰਸ ਦੀ ਮਦਦ ਦੇ ਨਾਲ ਜਿਹੜਾ ਹੈ ਇਹਨੂੰ ਪਹੁੰਚਾਇਆ ਜਾਂਦਾ ਹੈ। ਹੁਣ ਪ੍ਰੋਬਲਮ ਆਇਆ ਕਿ ਇੰਨੀ ਦੂਰ ਤੱਕ ਇਹ ਵੋਲਟੇਜ ਬੇਟਾ ਜਾਂਦੀ ਕਿਸ ਤਰ੍ਹਾਂ? ਦੇਖੋ, ਇਹ ਵਾਇਰ ਲੱਗੀਆਂ, ਵਾਇਰ ਦਾ ਜਿਹੜਾ ਹੈ ਇੱਕ ਇਫੈਕਟ ਪੜਿਆ ਕਿ ਉਹ એનર્ਜੀ ਲਾਸ ਕਰਦੀ ਹੈ। ਸਾਨੂੰ ਪਤਾ ਹੈ ਕਿ ਜਦੋਂ ਵੀ ਕਰੰਟ ਨੇ ਵਾਇਰ ਵਿੱਚੋਂ ਲੰਘਣਾ ਤੇ ਪਾਵਰ ਲਾਸ ਉਹਨੇ ਕਰਨੀ ਹੈ। ਹਾਂਜੀ ਬੇਟਾ, ਕਲੀਅਰ? ਜਦੋਂ ਵੀ ਕਰੰਟ ਨੇ ਵਾਇਰ ਦੇ ਵਿੱਚੋਂ ਲੰਘਣਾ ਹੈ ਤੇ ਉਹ ਪਾਵਰ ਜਿਹੜੀ ਹੈ ਉਹ ਲਾਸ ਕਰੇਗੀ। ਹੁਣ ਕਿਉਂ ਕਰੇਗੀ? ਕਿਉਂਕਿ ਜਿਹੜੀ ਬੇਟਾ ਪਾਵਰ ਹੈ ਇੱਕ ਤੇ ਰੈਜ਼ਿਸਟੈਂਸ ਤੇ ਡਾਇਰੈਕਟਲੀ ਹੈ, ਇੱਕ ਪਾਵਰ ਜਿਹੜੀ ਹੈ ਕਰੰਟ ਦੇ ਸਕੇਅਰ ਦੇ ਉੱਤੇ ਡਿਪੈਂਡ ਕਰਦੀ ਹੈ। ਹਾਂਜੀ ਫਿਰ ਸੁਣੋ, ਵੋਲਟੇਜ ਕ੍ਰੀਏਟ ਕਿੱਥੇ ਹੋਈ? ਪਾਵਰ ਸਟੇਸ਼ਨ ਤੇ। ਕਿਹਦੇ ਥਰੂ ਜਾਣੀ ਹੈ? ਵਾਇਰ ਦੇ ਥਰੂ ਜਾਣੀ ਹੈ। ਤੇ ਜੇ ਵਾਇਰ ਥਾਣੀ ਪਾਵਰ ਜਾਏਗੀ ਤੇ ਵਾਇਰ એનર્ਜੀ ਲਾਸ ਕਰੇਗੀ। ਕਿਉਂ? ਵਾਇਰ ਦੀ ਆਪਣੀ ਕੀ ਹੁੰਦੀ ਹੈ? ਰੈਜ਼ਿਸਟੈਂਸ। ਤੇ ਵਾਇਰ ਵਿੱਚ ਜਦੋਂ ਕਰੰਟ ਲੰਘੇਗਾ ਇਸ ਫਾਰਮੂਲੇ ਦੇ ਅਕੋਰਡਿੰਗ એનર્ਜੀ ਲਾਸ ਹੋਏਗੀ। ਨਾਓ એનર્ਜੀ ਲਾਸ ਨੂੰ ਕਿਵੇਂ ਘਟਾਈਏ? ਜੇ ਅਸੀਂ એનર્ਜੀ ਲਾਸ ਨੂੰ ਘਟਾਣਾ ਹੈ, ਤੇ ਰੈਜ਼ਿਸਟੈਂਸ ਨੂੰ ਘਟਾਣਾ ਪਏਗਾ। ਜੇ ਅਸੀਂ ਪਾਵਰ ਲਾਸ ਘਟਾਣਾ ਚਾਹੁੰਦੇ ਆ, એનર્ਜੀ ਲਾਸ ਘਟਾਣਾ ਚਾਹੁੰਦੇ ਆ, ਤੇ ਰੈਜ਼ਿਸਟੈਂਸ ਨੂੰ ਡਿਕਰੀਜ਼ ਕਰੋ। ਨਾਓ ਰੈਜ਼ਿਸਟੈਂਸ ਦਾ ਫਾਰਮੂਲਾ ਅਸੀਂ ਪੜਿਆ L/A। ਜੇ ਅਸੀਂ એનર્ਜੀ ਲਾਸ ਨੂੰ ਘਟਾਣਾ ਹੈ ਫਿਰ ਸਾਨੂੰ ਰੈਜ਼ਿਸਟੈਂਸ ਨੂੰ ਘਟਾਣਾ ਪਏਗਾ, ਕਿਉਂਕਿ ਡਾਇਰੈਕਟਲੀ ਜੇ ਰੈਜ਼ਿਸਟੈਂਸ ਘਟ ਗਈ ਤੇ એનર્ਜੀ ਲਾਸ, ਪਾਵਰ ਲਾਸ ਤੁਹਾਡੀ ਉਹ ਘਟੇਗੀ। ਨਾਓ ਰੈਜ਼ਿਸਟੈਂਸ ਨੂੰ ਕਿਵੇਂ ਘਟਾਈਏ? ਰੈਜ਼ਿਸਟੈਂਸ ਨੂੰ ਘਟਾਉਣ ਦਾ ਤਰੀਕਾ, ਏਰੀਆ ਆਫ ਕ੍ਰੋਸ ਸੈਕਸ਼ਨ ਉਹ ਵਧਾ ਦਿਓ। ਇਹਦਾ ਮਤਲਬ ਤਾਰ ਮੋਟੀ ਕਰ ਦਿਓ। ਜਿੰਨੀ ਤਾਰ ਜਿਹੜੀ ਹੈ ਥਿਕ ਹੋਏਗੀ ਓਨੀ ਉਹਦੀ ਰੈਜ਼ਿਸਟੈਂਸ ਘੱਟ ਹੋਏਗੀ। ਜਿੰਨੀ ਰੈਜ਼ਿਸਟੈਂਸ ਘੱਟ ਹੋਏਗੀ ਓਨੀ એનર્ਜੀ ਲਾਸ, ਪਾਵਰ ਲਾਸ ਤੁਹਾਡੀ ਘੱਟ ਹੋਏਗੀ। ਹਾਂਜੀ ਬੇਟਾ, ਕਲੀਅਰ? ਇਹਦਾ ਮਤਲਬ ਤਾਰ ਮੋਟੀ ਕਰੋਗੇ, ਥਿਕ ਕਰੋਗੇ ਤਾਂ ਰੈਜ਼ਿਸਟੈਂਸ ਘਟ ਸਕਦੀ ਹੈ ਤੇ એનર્ਜੀ ਲਾਸ ਘਟ ਸਕਦੀ ਹੈ। ਪਰ ਬੇਟਾ ਜੇ ਥਿਕ ਕਰ ਦੋਗੇ, ਤਾਰ ਨੂੰ ਮੋਟੀ ਕਰ ਦੋਗੇ ਤੇ ਬੇਟਾ ਉਹ ਮਹਿੰਗੀ ਪਏਗੀ। ਇਕਨੋਮਿਕਲੀ ਜਿਹੜੀ ਹੈ ਉਹਦੀ ਕਾਸਟ ਜਿਹੜੀ ਹੈ ਉਹ ਜ਼ਿਆਦਾ ਪਏਗੀ। ਨਾਲੇ ਇੰਨੀ ਮੋਟੀ ਤਾਰ ਨੂੰ ਜਿਹੜਾ ਇੰਸਟਾਲ ਕਰਨਾ ਖੰਭਿਆਂ ਦੇ ਉੱਤੇ ਅਸੀਂ ਉਹਨੂੰ ਲਗਾਉਣਾ ਹੈ ਬਹੁਤ ਡਿਫਿਕਲਟ ਹੈ। ਇਹਦਾ ਮਤਲਬ ਕੀ ਹੋਇਆ ਕਿ ਪਾਵਰ ਲਾਸ ਨੂੰ ਘਟਾਉਣ ਵਾਲਾ ਆਹ ਤਰੀਕਾ ਤੇ ਬਹੁਤਾ ਸਹੀ ਨਹੀਂ ਹੈ। ਪਾਵਰ ਲਾਸ ਨੂੰ ਘਟਾਉਣਾ ਹੈ, ਰੈਜ਼ਿਸਟੈਂਸ ਘਟਾਓ। ਰੈਜ਼ਿਸਟੈਂਸ ਘਟਾਉਣ ਵਾਸਤੇ ਏਰੀਆ ਵਧਾਓ। ਏਰੀਆ ਵਧਿਆ ਤੇ ਤਾਰ ਮੋਟੀ ਹੋ ਗਈ ਤੇ ਉਹਨੂੰ ਇੰਸਟਾਲ ਕਰਨਾ ਨਾਲੇ ਮਹਿੰਗੀ ਪਏਗੀ। ਦੂਜਾ, ਰੈਜ਼ਿਸਟੈਂਸ ਘਟਾਉਣ ਦਾ ਬੇਟਾ ਲੈਂਥ ਘਟਾ ਦਿਓ। ਜੇ ਰੈਜ਼ਿਸਟੈਂਸ ਘਟਾਣੀ ਹੈ ਤੇ ਲੈਂਥ ਘਟਾ ਦਿਓ। ਪਰ ਬੇਟਾ ਲੈਂਥ ਅਸੀਂ ਨਹੀਂ ਘਟਾ ਸਕਦੇ। ਮੰਨ ਲਓ ਵੀ ਆਹ ਪਾਵਰ ਸਟੇਸ਼ਨ ਹੈ ਤੇ ਆਹ ਸਾਡੇ ਕੋਲ ਕੋਈ ਵਿਲੇਜ ਹੈ, ਆਹ ਸਾਡਾ ਜਿਹੜਾ ਹੈ ਵਿਲੇਜ, ਆਹ ਤਾਰਾਂ ਪਈਆਂ। ਹੁਣ ਪਾਵਰ ਸਟੇਸ਼ਨ ਜਿੱਥੇ ਬਣਿਆ ਉਹ ਤੇ ਉੱਥੇ ਹੀ ਹੈ, ਵਿਲੇਜ ਜਿੱਥੇ ਬਣਿਆ ਉਹ ਤੇ ਉੱਥੇ ਹੀ ਹੈ। ਤੇ ਆਹ ਲੈਂਥ ਜਿਹੜੀ ਹੈ ਵਾਇਰ ਦੀ ਲੈਂਥ ਬੇਟਾ ਆ ਤੇ ਹੋ ਗਈ ਫਿਕਸਡ। ਅਸੀਂ ਲੈਂਥ ਤੇ ਘਟਾ ਹੀ ਨਹੀਂ ਸਕਦੇ ਕਿਉਂਕਿ ਪਾਵਰ ਸਟੇਸ਼ਨ ਤੇ ਜਿਹੜਾ ਸ਼ਹਿਰ ਜਿੱਥੇ ਅਸੀਂ ਵੋਲਟੇਜ ਸਪਲਾਈ ਕਰਨੀ ਹੈ ਉਹ ਲੈਂਥ ਤੇ ਤੁਹਾਡੀ ਫਿਕਸ ਹੈ। ਇਹਦਾ ਮਤਲਬ ਰੈਜ਼ਿਸਟੈਂਸ ਘਟਾਉਣ ਵਾਸਤੇ ਲੈਂਥ ਨਹੀਂ ਘਟਾ ਸਕਦੇ। ਰੈਜ਼ਿਸਟੈਂਸ ਘਟਾਉਣ ਵਾਸਤੇ ਏਰੀਆ ਵਧਾਇਆ ਜਾ ਸਕਦਾ ਹੈ ਪਰ ਮਹਿੰਗਾ ਪਏਗਾ। ਇਸ ਕਰਕੇ ਇਸ ਮੈਥਡ ਨੂੰ ਅਸੀਂ ਜਿਹੜਾ ਹੈ ਆਪਾਂ ਇਹਨੂੰ ਨੈਗਲੈਕਟ ਕਰਦੇ ਹਾਂ। ਸਾਨੂੰ ਪਤਾ ਬੇਟਾ ਜਿਹੜਾ ਆਹ ਫਾਰਮੂਲਾ ਮੈਂ ਪਿੱਛੇ ਗੱਲ ਕੀਤੀ ਸੀ ਕਿ ਟਰਾਂਸਫਾਰਮਰ ਵਿੱਚ ਕੀ ਹੁੰਦਾ ਹੈ, ਜੇ ਵੋਲਟੇਜ ਵਧਾ ਦਈਏ ਤੇ ਕਰੰਟ ਜਿਹੜਾ ਹੈ ਸਰਕਟ 'ਚ ਘਟ ਜਾਂਦਾ ਹੈ। ਅਸੀਂ ਪਿੱਛੇ ਸਟੱਡੀ ਕੀਤਾ ਸੀ, ਮੈਂ ਵੀ ਕਿਹਾ ਸੀ ਕਿ ਇਹਨੂੰ ਮੈਂ ਗਾਂ ਯੂਜ਼ ਕਰਨਾ ਹੈ। ਜੇ ਵੋਲਟੇਜ ਵੱਧ ਜਾਵੇ ਤੇ ਫਿਰ ਸਰਕਟ ਵਿੱਚ ਕਰੰਟ ਘਟ ਜਾਏਗਾ। ਇਹਦਾ ਮਤਲਬ ਨਾ ਤਾਰ ਨੂੰ ਛੋਟਾ ਕਰਨਾ ਪਿਆ, ਨਾ ਤਾਰ ਦੀ ਜਿਹੜੀ ਥਿਕਨੈਸ ਵਧਾਣੀ ਪਈ, ਜਸਟ ਕੀ ਕਰੋ ਵੋਲਟੇਜ ਵਧਾ ਦਿੱਤੀ ਜਾਂਦੀ ਹੈ।
ਜਦੋਂ ਵੋਲਟੇਜ ਜਿਹੜੀ ਹੈ ਵਧਾ ਦਿੱਤੀ ਗਈ, ਸਟੈਪ ਅਪ ਟਰਾਂਸਫਾਰਮਰ ਦੇ ਨਾਲ ਵੋਲਟੇਜ ਵਧਾਤੀ ਤੇ ਸਰਕਟ ਵਿੱਚ ਜਿਹੜਾ ਹੈ ਕਰੰਟ ਉਹ ਡਿਕਰੀਜ਼ ਹੋ ਜਾਂਦਾ ਹੈ ਬੇਟਾ। ਤੇ ਜਦੋਂ ਸਰਕਟ ਵਿੱਚ ਕਰੰਟ ਘਟ ਜਾਂਦਾ ਹੈ ਫਿਰ ਸਾਡੀ ਜਿਹੜੀ ਪਾਵਰ ਲਾਸ ਹੈ ਉਹ ਵੀ ਸਾਡੀ ਜਿਹੜੀ ਹੈ ਉਹ ਡਿਕਰੀਜ਼ ਹੋ ਜਾਂਦੀ ਹੈ। ਇਹਦਾ ਮਤਲਬ ਅਸੀਂ ਕੀ ਕਰ ਸਕਦੇ ਹਾਂ ਕਿ ਪਾਵਰ ਲਾਸ ਨੂੰ ਘਟਾਉਣ ਵਾਸਤੇ ਸਟੈਪ ਅਪ ਟਰਾਂਸਫਾਰਮਰ ਦੀ ਵਰਤੋਂ ਕੀਤੀ ਜਾਂਦੀ ਹੈ। ਕਿਹੜਾ ਟਰਾਂਸਫਾਰਮਰ? ਸਟੈਪ ਅਪ ਟਰਾਂਸਫਾਰਮਰ ਜਿਹੜਾ ਲਗਾ ਕੇ ਵੋਲਟੇਜ ਵਧਾ ਲਈ ਜਾਂਦੀ ਹੈ ਤਾਂ ਜੋ ਸਰਕਟ ਵਿੱਚ ਕਰੰਟ ਘਟ ਜਾਂਦਾ ਹੈ। ਕਰੰਟ ਘਟਣ ਕਰਕੇ ਸਾਡੇ ਕੋਲ ਜਿਹੜੀ ਹੈ ਪਾਵਰ ਲਾਸ ਜਿਹੜੀ ਹੈ ਉਹ ਘਟ ਜਾਂਦੀ ਹੈ। ਆਓ ਇਸ ਨੂੰ ਮੈਂ ਇੱਕ ਡਾਇਗਰਾਮ ਦੇ ਥਰੂ ਤੁਹਾਨੂੰ ਮੈਂ ਥੋੜਾ ਜਿਹਾ ਸਮਝਾ ਦੇਵਾਂ। ਬੇਟਾ ਇੱਧਰ ਦੇਖੋ, ਇਹ ਸਾਡਾ ਹੋ ਗਿਆ ਪਾਵਰ ਸਟੇਸ਼ਨ ਜਿੱਥੇ ਆਲਟਰਨੇਟਿੰਗ ਵੋਲਟੇਜ ਕ੍ਰੀਏਟ ਹੋਈ। ਇਹ ਪਾਵਰ ਸਟੇਸ਼ਨ ਜਿੱਥੇ ਆਲਟਰਨੇਟਿੰਗ ਵੋਲਟੇਜ ਕ੍ਰੀਏਟ ਹੋਈ। ਅਸੀਂ ਕੀ ਕੀਤਾ, ਅੱਗੇ ਸਟੈਪ ਅਪ ਟਰਾਂਸਫਾਰਮਰ ਜਿਹੜਾ ਹੈ ਮੈਂ ਲਗਾ ਦਿੱਤਾ। ਇਹ ਸਟੈਪ ਅਪ ਟਰਾਂਸਫਾਰਮਰ ਹੈ, ਦੇਖੋ ਇਹਦੀਆਂ ਟਰਨਸ ਘੱਟ ਨੇ, ਅੱਗੇ ਟਰਨਸ ਜ਼ਿਆਦਾ ਹੋ ਗਈਆਂ। ਇਹ ਸਾਰਾ ਅਸੀਂ ਪੜ ਲਿਆ ਕਿ ਸਟੈਪ ਅਪ ਦੇ ਵਿੱਚ ਸੈਕੰਡਰੀ ਦੀਆਂ ਨੰਬਰ ਆਫ ਟਰਨਸ ਵੱਧ ਗਈਆਂ। ਇਹਨੇ ਕੀ ਕੀਤਾ, ਵੋਲਟੇਜ ਨੂੰ ਕਈ ਹਜ਼ਾਰ ਗੁਣਾ ਵਧਾਤਾ। ਇਹਨੇ ਵੋਲਟੇਜ ਕਈ 1000 ਟਾਈਮਸ ਇੰਕਰੀਜ਼ ਕਰਤੀ। ਇਸ ਵੋਲਟੇਜ ਇੰਕਰੀਜ਼ ਕਰਕੇ ਕੀ ਹੋਇਆ ਕਿ ਸਾਡੇ ਕੋਲ ਕਰੰਟ ਘਟ ਗਿਆ। ਵੋਲਟੇਜ ਵਧਣ ਕਰਕੇ ਸਰਕਟ ਵਿੱਚ ਕਰੰਟ ਡਿਕਰੀਜ਼ ਹੋ ਗਿਆ। ਇਹ ਵਾਇਰਸ ਹੈਗੀਆਂ ਨੇ ਤੇ ਜਦੋਂ ਕਰੰਟ ਘਟ ਜਾਏਗਾ ਵਾਇਰ ਦੇ ਵਿੱਚ ਤੇ ਜਿਹੜੀ ਸਾਡੀ ਪਾਵਰ ਲਾਸ ਹੈ, ਆਹ ਵਾਲੀ ਪਾਵਰ ਲਾਸ, ਕਰੰਟ ਘਟੇਗਾ ਤੇ ਪਾਵਰ ਲਾਸ ਸਾਡੀ ਘਟ ਗਈ। ਹਾਂਜੀ ਬੇਟਾ ਕਲੀਅਰ? ਆਰਾਮ ਨਾਲ ਈਜ਼ੀਲੀ ਵੋਲਟੇਜ ਟਰਾਂਸਮਿਟ ਹੋਏਗੀ। ਤੇ ਜਦੋਂ ਸਾਡਾ ਘਰ ਆ ਗਿਆ ਜਿੱਥੇ ਵੋਲਟੇਜ ਸਪਲਾਈ ਕਰਨੀ ਹੈ, ਉੱਥੇ ਦੇਖੋ ਮੈਂ ਸਟੈਪ ਡਾਊਨ ਟਰਾਂਸਫਾਰਮਰ ਲਗਾਤਾ। ਸਟੈਪ ਡਾਊਨ ਦੀ ਪਛਾਣ, ਪਹਿਲਾਂ ਟਰਨਸ ਜ਼ਿਆਦਾ ਨੇ, ਬਾਅਦ ਚੋਂ ਟਰਨਸ ਜਿਹੜੀ ਸੈਕੰਡਰੀ ਦੀ ਘਟ ਗਈਆਂ। ਇਹਨੇ ਵੋਲਟੇਜ ਨੂੰ ਡਿਕਰੀਜ਼ ਕਰਤਾ ਤੇ ਜਦੋਂ ਸਾਡੀ ਵੋਲਟੇਜ ਡਿਕਰੀਜ਼ ਹੋ ਗਈ ਤੇ ਅਸੀਂ ਘਰਾਂ ਦੇ ਵਿੱਚ ਜਿਹੜੀ ਹੈ ਆਪਣੀ ਸ਼ਾਪ ਦੇ ਵਿੱਚ, ਘਰਾਂ ਦੇ ਵਿੱਚ ਕਿੱਥੇ ਵੀ ਅਸੀਂ ਜਿਹੜੀ ਹੈ ਇਹ ਵੋਲਟੇਜ ਦੀ ਆਪਾਂ ਸਪਲਾਈ ਜਿਹੜੀ ਹੈ ਆਪਾਂ ਕਰ ਸਕਦੇ ਹਾਂ। ਆਈ ਥਿੰਕ ਕਿ ਤੁਹਾਨੂੰ ਬੇਟਾ ਇਹ ਸਾਰਾ ਕਲੀਅਰ ਹੋ ਗਿਆ ਕਿ ਟਰਾਂਸਫਾਰਮਰ ਕੀ ਹੈ। ਇਹਦੇ ਵਿੱਚ ਅਸੀਂ ਕੀ ਕੀ ਡਿਸਕਸ ਕੀਤਾ ਹੈ, ਪ੍ਰਿੰਸੀਪਲ, ਇਹਦੇ ਚ ਅਸੀਂ ਕੰਸਟਰਕਸ਼ਨ ਡਿਸਕਸ ਕੀਤੀ, ਇਹ ਡਾਇਗਰਾਮ ਡਿਸਕਸ ਕੀਤੀ ਹੈ, ਇਹਦੇ ਵਿੱਚ ਜਿਹੜਾ ਹੈ ਇਹਦੀ ਜਿਹੜੀ ਥਿਊਰੀ ਡਿਸਕਸ ਕੀਤੀ, ਸਟੈਪ ਅਪ ਵਾਸਤੇ ਕੀ ਕੰਡੀਸ਼ਨ ਹੈ, ਸਟੈਪ ਡਾਊਨ ਵਾਸਤੇ ਕੀ ਕੰਡੀਸ਼ਨ ਹੈ, ਐਫੀਸ਼ੀਐਂਸੀ ਜਿਹੜੀ ਆਈਡੀਅਲ ਟਰਾਂਸਫਾਰਮਰ ਹੈ ਉਹਦੀ ਕਿੰਨੀ ਹੁੰਦੀ ਹੈ, ਉਸ ਤੋਂ ਇਲਾਵਾ ਕਿਹੜੇ ਕਿਹੜੇ એનર્ਜੀ ਲਾਸਿਸ ਨੇ ਤੇ ਇਹਦਾ ਜਿਹੜਾ ਯੂਜ਼ ਕੀ ਹੈ ਕਿ ਲੌਂਗ ਡਿਸਟੈਂਸ ਟਰਾਂਸਮਿਸ਼ਨ ਵਾਸਤੇ ਅਸੀਂ ਟਰਾਂਸਫਾਰਮਰ ਨੂੰ ਯੂਜ਼ ਕਰਦੇ ਹਾਂ। ਆਈ ਥਿੰਕ ਤੁਹਾਨੂੰ ਇਹ ਸਾਰਾ ਕਲੀਅਰ ਹੋ ਗਿਆ ਹੋਵੇਗਾ। ਥੈਂਕ ਯੂ।